ਗੁਰੂ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਅਤੇ ਦੇਸ਼ ਵਿਦੇਸ਼ ਦੇ ਵਿੱਚ ਇਸ ਸਤਸੰਗੀ ਲਾਹੇ ਦੇ ਲਈ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋਂ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਦੀਆਂ ਲੰਘ ਰਹੀਆਂ ਘੜੀਆਂ ਨੂੰ ਸਤਿਗੁਰੂ ਜੀ ਦੇ ਰੂਹਾਨੀ ਗਿਆਨ ਦੇ ਰਾਹੀਂ ਵਾਹਿਗੁਰੂ ਜੀ ਦੀ ਬਖਸ਼ਿਸ਼ ਝੋਲੀ ਪਾਉਣ ਵਾਸਤੇ ਸਫਲਿਆਂ ਕਰਨ ਲਈ ਇਹ ਜੋ ਅੱਜ ਸਾਨੂੰ ਗੁਰੂ ਦਰ ਤੇ ਆਇਆਂ ਨੂੰ ਅੰਮ੍ਰਿਤ ਬਚਨ ਰੂਪ ਉਪਦੇਸ਼ ਪ੍ਰਾਪਤ ਹੋਇਆ, ਪੰਚਮ ਗੁਰੂਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅਤੇ ਉਹਨਾਂ ਦੁਆਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਝ ਰਾਗ ਦੇ 12 ਮਹਾ ਸਿਰਲੇਖ ਦੇ ਵਿੱਚ ਸੰਗ੍ਰਹਿਤ ਕੀਤਾ। ਇਹ ਦਿਨ ਤੇ ਰਾਤ ਜਿਹੜੇ ਸੂਰਜ ਨਾਲ ਸੰਬੰਧਿਤ ਨੇ, ਸੂਰਜ ਆਪਣੀ ਚਾਲ ਚੱਲਦਾ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਅਨੰਤ ਅਸੀਮ ਰਚਨਾ ਦਾ ਇੱਕ ਹਿੱਸਾ ਵਾਹਿਗੁਰੂ ਜੀ ਦੀ ਹੁਕਮੀ ਕਾਰਜ ਨਿਭਾਉਂਦਿਆਂ ਹੋਇਆਂ ਇਸ ਧਰਤੀ ਤੇ ਨਜ਼ਰ ਆਉਂਦਾ। ਅਸੀਂ ਕਹਿੰਦੇ ਹਾਂ ਸੂਰਜ ਚੜ੍ਹ ਗਿਆ, ਓਲੇ ਹੋ ਜਾਂਦਾ ਅਸੀਂ ਕਹਿੰਦੇ ਹਾਂ ਸੂਰਜ ਛਿਪ ਗਿਆ। ਉਹਦੇ ਧਰਤੀ ਦੇ ਉੱਪਰ ਉਦੈ ਹੋਣ ਨਾਲ ਪ੍ਰਕਾਸ਼ ਹੁੰਦਾ, ਚਾਨਣਾ ਹੋ ਜਾਂਦਾ, ਅਸਤ ਹੋ ਜਾਣ ਨਾਲ, ਛਿਪ ਜਾਣ ਨਾਲ ਹਨੇਰਾ ਹੋ ਜਾਂਦਾ। ਇਹਨੂੰ ਅਸੀਂ ਦਿਨ ਤੇ ਰਾਤ ਦੇ ਰੂਪ ਵਿੱਚ ਸੁਣਦੇ, ਵਿਚਾਰਦੇ ਹਾਂ, ਮਹਿਸੂਸ ਕਰਦੇ ਹਾਂ। ਇਸੇ ਹੀ ਦਿਨ ਤੇ ਰਾਤ ਦੀ ਚਾਲ ਨੂੰ ਅੱਗੇ ਵਿਚਾਰਵਾਨਾਂ ਨੇ ਥਿੱਤਾਂ, ਘੜੀਆਂ, ਪਲਾਂ, ਪਹਿਰਿਆਂ, ਦਿਨ ਤੇ ਰਾਤ ਤੇ ਫਿਰ ਵਾਰਾਂ ਦੇ ਵਿੱਚ, ਜਿਹਨੂੰ ਅਸੀਂ ਐਤਵਾਰ, ਸੋਮਵਾਰ, ਮੰਗਲਵਾਰ ਕਹਿੰਦੇ ਹਾਂ, 7 ਵਾਰ, ਉਹਨਾਂ ਦੇ ਵਿੱਚ ਫਿਰ ਮਹੀਨੇ ਤੇ ਫਿਰ ਸਾਲ, ਫਿਰ ਸਦੀਆਂ ਤੇ ਫਿਰ ਯੁੱਗ, ਇਸ ਤਰ੍ਹਾਂ ਦੇ ਨਾਮ ਦੇ ਕੇ ਇਸ ਨੂੰ ਸਮੇਂ ਦਾ ਕਾਲ ਚੱਕਰ ਆਖਿਆ। ਸੂਰਜ ਨੂੰ ਦੇਵਤਾ ਮੰਨਦਿਆਂ ਹੋਇਆਂ ਬਹੁਤ ਵੱਡੀ ਸਮਰੱਥਾ ਸ਼ਕਤੀ ਦਾ ਮਾਲਕ ਮੰਨਦਿਆਂ ਹੋਇਆਂ ਹਿੰਦੁਸਤਾਨ ਦੇ ਵਿੱਚ ਮਨੁੱਖੀ ਸਮਾਜ ਦੇ ਅੰਦਰ ਧਾਰਮਿਕ ਕਹਾਉਣ ਵਾਲੇ ਵਿਅਕਤੀਆਂ ਨੇ ਇਸ ਦੀ ਪੂਜਾ ਮਾਨਤਾ ਦਾ ਵਿਧੀ ਵਿਧਾਨ ਚਲਾ ਦਿੱਤਾ। ਇਸ ਦੀ ਪੂਜਾ ਮਾਨਤਾ ਦੇ ਪਿੱਛੇ ਇਹਦੇ ਨਾਮ ਤੇ ਪੂਜਾ, ਪੁੰਨ, ਦਾਨ ਇਤਿਆਦ ਕਰਮ ਕਰਨ ਦੇ ਪਿੱਛੇ ਮਾਨਸਿਕਤਾ ਇਹ ਕੰਮ ਕਰਦੀ। ਇਹ ਸੂਰਜ ਦੇਵਤਾ ਜਿਹੜਾ ਸਾਡੇ ਨਾਲੋਂ ਅਨੰਤ ਅਨੰਤ ਗੁਣਾ ਸਮਰੱਥ ਹੈ, ਸਾਡੀ ਸਮਝ ਇਹਦੇ ਉੱਤੇ ਸਾਡੀ ਮਰਜ਼ੀ ਅਨੁਸਾਰ ਲਾਗੂ ਨਹੀਂ ਹੁੰਦੀ। ਤੇ ਸਾਡੇ ਅੰਦਰ ਜਿਹੜੀਆਂ 2 ਬਿਰਤੀਆਂ ਪਈਆਂ, ਡਰ ਤੇ ਲਾਲਚ ਦੀਆਂ, ਅਸੀਂ ਡਰਦੇ ਹਾਂ ਸਾਡੇ ਨਾਲੋਂ ਤਾਕਤਵਰ ਕੋਈ ਸਾਡਾ ਨੁਕਸਾਨ ਨਾ ਕਰ ਦੇਵੇ। ਇਸ ਕਰਕੇ ਉਸ ਤਾਕਤਵਰ ਨੂੰ ਖੁਸ਼ ਪ੍ਰਸੰਨ ਰੱਖਣ ਲਈ ਅਸੀਂ ਬਹੁਤ ਸਾਰੇ ਅਡੰਬਰ ਰਚਾਉਂਦੇ ਹਾਂ, ਚਾਪਲੂਸੀ ਕਰਦੇ ਹਾਂ, ਹੋਰ ਬਹੁਤ ਕੁਝ ਕਰਦੇ ਹਾਂ। ਦੇਵੀ ਦੇਵਤੇ ਮਿੱਥ ਕੇ ਸੂਰਜ ਤੋਂ ਤੇ ਹੋਰ ਦੇਵਤਿਆਂ ਤੋਂ
सानू नुकसान ना होवे, साडे जीवन विच औकड़ां विघन ना आउण, उन्हां दी पूजा प्रस्तिश दा, उन्हां नूं नमस्कार करन दा, उन्हां दे नाम ते पुण्य दान करन दा, तीर्थां ते आउण जाण दा विधि विधान बनाता गया। डर दी बिरती ने सानू इन्हां दे नाल इस तरह दा रिश्ता बनाउण दी रुचि पैदा कीती। इहदे नाल नाल दूसरी बिरती साडे अंदर साडे रचनहार ने पाई लालच दी। असीं हर वेले किसी ना किसी इच्छा दे विच, कामना दे विच जिउने आ। ऐ मिल जावे, ओ मिल जावे, ऐ साडे कोल आ जावे, ओदे कोल है मेरे कोल नहीं, वो तो घट है, होर मिल जावे। ये जिहड़ी लालच दी बिरती है, इस दी पूर्ति दे वास्ते जदों साडी समझ समर्था नहीं काम करदी, तां असीं फिर अपने तो ज्यादा ताकतवर दे सन्मुख झुकदे, ओदी खुशी लैण लई, ओदे कोलों ओदी समर्था अनुसार फल लैण लई असीं ओदी पूजा मानता करदे। तो डर ते लालच दियां बिरतियां साडे कोलों, साडे नालों ज्यादा ताकतवर जो भी है, भावें मनुखी समाज दे मनुख ने, वड्डियां पदवियां ते बैठे कलमां दी ताकत है उन्हां कोल, जां होर किसी किस्म दी ताकत है, असीं उन्हां नूं खुश करन दी हमेशा कोशिश विच लगे रहने आ। ये साडा नुकसान ना कर देण ते इन्हां कोलों कुछ ना कुछ सानू प्राप्त हुंदा रहे। इस गर्ज दे अधीन, इस सोच दे अधीन असीं दुनिया दे विच दूजियां दी चापलूसी करदे, रब दे अगे, देवी देवतियां दे अगे झुकदे, उन्हां दे नाम ते पुण्य दान करदे, होर कई तरह दे पूजा दे रूप विच कर्मकांड करदे। सूरज देवते दे प्रति भी इसे तरीके दी भावना प्रचलित चली आई है। असीं गुरु के कहाउण वाले, जिन्हां ने गुरु ग्रंथ साहिब पातशाह जी नूं अपना इष्ट मन्निया, अपना लोक परलोक दा सुखदाता मन्निया, अपने जीवन दा ज्ञान दाता गाड़ी राह मन्निया, साडे लई गुरु साहिब ने की उपदेश कीता है, साडा ध्यान इस पासे सानू लियाउण दी लोड़ है। साडे गुरु साहिबान ने ये लोक सुखिया बनाउण वास्ते ते परलोक सुहेला बनाउण वास्ते जिहड़ी जीवन जुगत दिती है, जिस सोच दे अधीन असीं ये जीवन दा लंघ रहा समा गुजारना है, वो मत जिसनूं असीं गुरमत आखदे हां, वो की कहंदी है? इत्थे महाराज कहंदे जिन्हां दा असीं सूरज दे नाल संबंध जोड़ के वखरा वखरा नामकरण कीता है, महीनियां दे रूप विच, वारां दे रूप दे विच, थितां घड़ियां दे रूप विच, वधी सुधी दे रूप विच, ये जिहड़ा जीवन दा लंघ रहा समय, महाराज कहंदे ये ते चली जाना है। सूरज जिहड़ा उस करते दी किरत है, होर ये दिसदा अणदिसदा पसारा जिहड़ा है, ये साडे नालों किते ज्यादा शक्तिवान हो सकता है, हैगा, पर इस दे उत्ते भी, इन्हां देवी देवतियां दे उत्ते भी ये नजर आउंदियां अनंत शक्तियां वाले प्लैनेट ग्रह, इन्हां दे उत्ते भी एक महाशक्ति है। गुरुदेव कहंदे नौकरां चाकरां नाल की जुड़ना होया भाई, सीधे बादशाह नाल जुड़ो, मालिक नाल जुड़ो। ये ठीक है कि उन्हां दी शक्ति तुहाडे नालों ज्यादा अनंत गुणा ज्यादा हो सकती है, पर एक गल याद रखियो, चाकर वो भी ने ते चाकर तुसीं भी हो, वो भी उस मालिक दे चाकर ने, उहदे हुक्मी बंदे ने, उहदे हुक्म विच चल रहे ने, भावें जिन्नी मर्जी तुहाडे नालों वध उन्हां दी समर्थ है, ते चाकर तुसीं भी हो। सिर्फ तुहाडी समर्था दा ते उन्हां दी समर्था दा फर्क मात्रा दा है।
ਤੇ ਜੇ ਚਾਕਰੀ ਹੀ ਕਰਨੀ ਹੈ ਤਾਂ ਗੁਰੂਦੇਵ ਜੀ ਕਹਿੰਦੇ ਉਹਦੀ ਕਰੋ ਜਿਹਦੇ ਸਾਰੇ ਚਾਕਰ ਨੇ। ਚਾਕਰਾਂ ਦਾ ਚਾਕਰ ਕਾਹਨੂੰ ਬਣਨਾ ਹੈ? ਮਾਲਕ ਦਾ ਚਾਕਰ ਬਣੀਏ। ਇਹ ਉਸ ਗੁਰਮਤਿ ਜੁਗਤ ਦਾ, ਉਸ ਗਿਆਨ ਦਾ, ਉਸ ਸੋਝੀ ਦਾ ਇੱਕ ਹਿੱਸਾ ਹੈ ਜਿਹੜਾ ਮਹਾਰਾਜ ਸਾਨੂੰ ਪੂਰਨ ਗੁਰਬਾਣੀ ਦੇ ਵਿੱਚ, ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਕਈ ਢੰਗਾਂ ਨਾਲ ਸਮਝਾਉਂਦੇ ਹੈ। ਉਹਦੇ ਵਿੱਚੋਂ ਹੀ ਇੱਕ ਜੁਗਤ ਹੈ, ਇਹ ਸਮੇਂ ਦੇ ਕਾਲ ਚੱਕਰ ਨਾਲ ਜੁੜੀ ਹੋਈ ਦਿਨ ਤੇ ਰਾਤ ਦੀ ਚਾਲ ਦੀ, ਜਿਹਨੂੰ ਵਿਦਵਾਨਾਂ ਨੇ ਅੱਗੋਂ ਫਿਰ ਰਾਸ਼ੀਆਂ ਮਹੀਨਿਆਂ ਦੇ ਵਿੱਚ ਵੰਡਿਆ। ਤੇ ਹਿੰਦੁਸਤਾਨੀ ਧਰਮ ਪਰੰਪਰਾ ਦੇ ਵਿੱਚ ਸੂਰਜ ਨੂੰ 33 ਕਰੋੜ ਦੇਵਤਿਆਂ ਵਿੱਚੋਂ ਇੱਕ ਮਹਾਨ ਦੇਵਤਾ ਮੰਨਦਿਆਂ ਹੋਇਆਂ ਇਸ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਇਹ 12 ਇਸ ਕਾਲ ਚੱਕਰ ਵਿੱਚ 12 ਘਰਾਂ ਦੇ ਵਿੱਚ ਰਹਿੰਦਾ। ਉਹਨੂੰ ਰਾਸ਼ੀ ਆਖਿਆ। ਰਾਸ਼ੀ, ਇੱਕ ਰਾਸ਼ੀ ਦੇ ਵਿੱਚ, ਇੱਕ ਘਰ ਦੇ ਵਿੱਚੋਂ ਇੱਕ ਮਹੀਨਾ ਰਹਿੰਦਾ। 12 ਮਹੀਨੇ ਉਹਨਾਂ 12 ਰਾਸ਼ੀਆਂ ਦੇ ਨਾਮ ਤੇ ਇਸ ਤਰੀਕੇ ਨਾਲ ਮਿਥ ਲਏ ਗਏ ਤੇ ਉਹਨਾਂ ਦਾ ਫਿਰ ਅੱਗੋਂ ਨਾਮਕਰਨ ਕਰ ਦਿੱਤਾ ਗਿਆ। 12 ਨਾਮ ਮਹੀਨਿਆਂ ਦੇ ਇੱਥੇ ਨਿਸ਼ਚਿਤ ਕਰ ਦਿੱਤੇ ਗਏ। ਸੰਸਕ੍ਰਿਤ ਵਿੱਚ, ਹਿੰਦੀ ਵਿੱਚ ਉਹਨਾਂ ਦੇ ਵੱਖਰੇ ਵੱਖਰੇ ਨਾਮ। ਉਹਨਾਂ ਹੀ ਨਾਮਾਂ ਦੇ ਆਧਾਰ ਤੇ ਮੌਸਮ ਬਦਲਦੇ ਜਿਵੇਂ ਜਿਵੇਂ ਪੂਜਾ ਵਿਧੀ ਵਿਧਾਨ ਬਣਾਤਾ ਗਿਆ। ਗੁਰੂਦੇਵ ਕਹਿੰਦੇ ਆਓ ਮੈਂ ਤੁਹਾਨੂੰ ਉਸ ਸਾਰੀ ਕਾਇਨਾਤ ਦੇ ਮਾਲਕ ਨੂੰ ਪ੍ਰਸੰਨ ਕਰਨ ਦੀ ਜਾਚ ਸਿਖਾਵਾਂ। ਮੈਨੂੰ ਪਤਾ ਹੈ ਤੁਹਾਡੇ ਅੰਦਰ ਇਹ ਡਰ ਤੇ ਲਾਲਚ ਦੀਆਂ ਬਿਰਤੀਆਂ ਪਈਆਂ ਨੇ, ਔਰ ਇਹ ਵੀ ਸੱਚ ਹੈ ਕਿ ਇਹ ਬਿਰਤੀਆਂ ਤੁਹਾਡੀ ਆਪਣੀ ਰਚਨਾ ਨਹੀਂ, ਤੁਹਾਡੀ ਆਪਣੀ ਪੈਦਾਇਸ਼ ਨਹੀਂ। ਜਿਵੇਂ ਤੁਹਾਡਾ ਜੀਵਨ ਤੁਹਾਡੀ ਮਰਜ਼ੀ ਨਾਲ ਹੋਂਦ ਵਿੱਚ ਨਹੀਂ ਆਇਆ, ਐਵੇਂ ਹੀ ਇਹ ਬਿਰਤੀਆਂ ਜਿਹੜੀਆਂ ਨੇ ਇਹ ਵੀ ਤੁਹਾਡੀ ਮਰਜ਼ੀ ਨਾਲ ਹੋਂਦ ਵਿੱਚ ਨਹੀਂ ਆਈਆਂ। ਭਾਵੇਂ ਉਹ ਡਰ ਹੈ, ਭਾਵੇਂ ਲਾਲਚ ਹੈ, ਤੇ ਭਾਵੇਂ ਹੋਰ ਬਿਰਤੀਆਂ ਨੇ। ਵਾਹਿਗੁਰੂ ਜੀ ਨੇ ਆਪਣੀ ਲੀਲਾ ਵਿੱਚ, ਆਪਣੀ ਮੌਜ ਵਿੱਚ ਇਹ ਬਿਰਤੀਆਂ ਪਾ ਦਿੱਤੀਆਂ ਸਾਡੇ ਅੰਦਰ। ਗੁਣ ਔਗਣ ਇਹ ਸਾਰੇ ਵਾਹਿਗੁਰੂ ਜੀ ਨੇ ਸਾਡੇ ਅੰਦਰ ਪਾ ਦਿੱਤੇ। ਔਗਣੀ ਭਰਪੂਰ ਹੈ, ਗੁਣ ਭੀ ਵਸੈ ਨਾਲ। ਇਹ ਸੱਚ ਹੈ ਸਾਡੇ ਜੀਵਨ ਦਾ, ਜਿਹੜਾ ਮਹਾਰਾਜ ਬਾਰੰਬਾਰ ਬਾਣੀ ਰਾਹੀਂ ਪ੍ਰਗਟ ਕਰਦੇ ਕਿ ਭਾਈ ਗੁਣਾ ਔਗਣਾ ਦੇ ਨਾਲ ਸਾਡੇ ਜੀਵਨ ਦੀ ਹੋਂਦ ਵਾਹਿਗੁਰੂ ਜੀ ਨੇ ਬਣਾਈ ਹੈ। ਇਹਦੇ ਵਿੱਚ ਇਹ ਬਿਰਤੀਆਂ ਨੇ। ਡਰ ਦੀ ਬਿਰਤੀ ਹੈ, ਲਾਲਚ ਦੀ ਬਿਰਤੀ ਹੈ, ਅਸੀਂ ਖੁਦਗਰਜ਼ ਹਾਂ, ਅਸੀਂ ਮੌਕਾ ਪ੍ਰਸਤ ਹਾਂ, ਅਸੀਂ ਡਰੇ ਹੋਏ ਹਾਂ, ਅਸੀਂ ਬਹੁਤ ਕੁਛ ਅਜੀਬੋ ਗਰੀਬ ਹੈਰਾਨ ਕੁਨ ਸਾਡੇ ਜੀਵਨ ਦੇ ਵਿੱਚ ਹੈ। ਪਰ ਇਹ ਹੈ, ਇਹਨੂੰ ਸੱਚ ਨੂੰ ਪ੍ਰਵਾਨ ਕਰਕੇ ਮਹਾਰਾਜ ਕਹਿੰਦੇ ਇਹਦੇ ਪਿੱਛੇ ਕੰਮ ਕਰਦੀ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਮਝਦਿਆਂ ਅੱਗੇ ਤੁਰੀਏ। ਅੱਗੇ ਤੁਰਨਾ ਕੀ ਹੈ? ਜਿਹਨੂੰ ਮਹਾਰਾਜ ਕਹਿੰਦੇ ਅਗਾਹਾਂ ਕੂ ਤਰਾਂਗ, ਪਿੱਛਾਂ ਫੇਰ ਨਾ ਮੋਢੜਾ। ਅੱਗੇ ਵਧੋ। ਹੈਗੀਆਂ ਨੇ ਡਰ ਤੇ ਲਾਲਚ ਦੀਆਂ ਬਿਰਤੀਆਂ, ਪਰ ਇੱਕ ਬਿਰਤੀ ਹੋਰ ਵੀ ਹੈ, ਉਹ ਹੈ ਪਿਆਰ ਦੀ ਬਿਰਤੀ, ਜਿਹੜੀ ਡਰ ਤੇ ਲਾਲਚ ਤੋਂ ਅੱਗੇ ਦੀ ਬਿਰਤੀ ਹੈ। ਜੇ ਉਹ ਬਿਰਤੀ ਕਿਤੇ ਸਾਡੇ ਧਿਆਨ ਵਿੱਚ ਆ ਜਾਵੇ, ਸਹੀ ਅਰਥਾਂ ਵਿੱਚ ਸਾਡੇ ਧਿਆਨ ਵਿੱਚ ਆ ਜਾਏ ਤੇ ਉਹ ਪਰਪੱਕ ਹੋ ਜਾਏ, ਤਾਂ ਮਹਾਰਾਜ ਕਹਿੰਦੇ ਇਹ ਡਰ ਤੇ ਲਾਲਚ ਦੀਆਂ ਬਿਰਤੀਆਂ ਪਿੱਛੇ ਰਹਿ ਜਾਂਦੀਆਂ ਨੇ। ਜਦੋਂ ਪਿਆਰ ਵਾਲੀ ਬਿਰਤੀ ਪਰਪੱਕ ਹੋ ਜਾਏ, ਪਿਆਰ ਵਾਲੀ ਅਵਸਥਾ ਸਾਡੀ ਕਿਤੇ ਬਣ ਜਾਵੇ, ਤਾਂ ਫਿਰ ਨਾ ਤੇ ਸਾਨੂੰ ਕਿਸੇ ਚੀਜ਼ ਦੇ ਖੁੱਸਣ ਦਾ ਡਰ ਰਹਿੰਦਾ ਹੈ, ਨਾ ਪ੍ਰਾਪਤੀ ਦੀ ਲਾਲਚ ਵਾਲੀ ਤਮਾ ਤ੍ਰਿਸ਼ਨਾ ਰਹਿੰਦੀ ਹੈ। ਪਿਆਰ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਨਿਸ਼ਕਾਮਤਾ ਆ ਜਾਂਦੀ ਹੈ, ਜਿਹਨੂੰ ਕਬੀਰ ਜੀ ਬਾਣੀ ਵਿੱਚ ਕਹਿੰਦੇ ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮੈਂ ਹੋਰ ਲੰਬਾ ਜੀਵਨ ਜਿਉਂਦਾ ਰਵਾਂ, ਮੁੱਕਿਆ ਹੀ ਨਾ ਮੇਰਾ ਜੀਵਨ ਕਦੀ ਵੀ।
ये लालसा नहीं, ते ना ही मैं मर जावांगा, मैं मुक जावांगा, ये की होएगा। वो मौत दा नाम सुन के ही असी भयभीत हो जाने, सहम जाने। कबीर जी कहते जदों तुसी प्यार की अवस्था विच आउंदे हो ना, तुहानूं ये शरीरक मौत भयभीत नहीं करदी, बल्कि ये शरीरां दा मरना तुहानूं करता पुरख दी रज़ा दे विच सहम दे विच लिजाण दी बजाए बेपरवाही विच ले जांदा। जिहड़ा कबीर जी कहंदे, कबीर जिस मरना ते जग डरै मेरा मन आनंद। ये प्यार दे विच इदां तब्दीलियां आउंदियां ने। महाराज कहंदे तुहाडीਆਂ बिरतियां विच इदां तुसीं अगे वधदे हो, मनोबिरतियां करके आत्मक सफर जिन्हों आखिया बाणी विच रूहानी यात्रा आखिया, अज्ञान तो ज्ञान तक दी यात्रा आखिया, ना समझियां तो बेसंजमेपण तो समझ वाली, दानेपण वाली, संजम वाली जिंदगी आखिया। महाराज कहते वो इदां तुहाडे जीवन विच आउंदी है। हुण 12 महीनिਆਂ दे नाम ते हिंदुस्तानी धर्म जीवन जोगत दे विच सूरज दी पूजा वखरे वखरे ढंगां नाल हर महीने विच करन दी, वखरे वखरे तीर्थां ते जाण दी विधि जोगत दस दित्ती गई। पिपलां दी पूजा, पंडितां नूं दान पुन्न, फलाणे तीर्थां ते जाना, सूरज नूं इस तरह पानी चढ़ाउणा वगैरह वगैरह। गुरु साहब ने उन्हां 12 महीनिਆਂ दे नाम ते, उन्हां 12 महीनिਆਂ दे विच जिवें जिवें मौसम दे अंदर तब्दीली आउंदी है सूरज दी चाल नाल, इस धरती ते सूरज दा गर्मी दा प्रभाव बनदा है, वधदा घटदा है। वो मौसम जिन्हों असीं गर्मी, सर्दी, बरसात, बसंत, पतझड़ इत्यादि का नाम दिता, उहदे विच बहुत सारियां साडे आले दुआले ते साडे जीवन विच तब्दीलियां आउंदियां ने। पतझड़ दे विच सारे दरख्त जिहड़े ने वो रुंड मुंड हो जांदे है, हरियावल नहीं नजर आउंदी। बसंत आउंदी है ते हर पासे हरियावल ही हरियावल नजर आउंदी है, फल फुल नजर आउंदे ने, पंछियां दी चहचहाट, मौसम दे विच एक सुहावनापन आउंदा। आसे पासे मन दे अंदर भी देख के इन्हां दृश्यां नूं खेड़ा आउंदा। गुरुदेव ने इन्हां मौसमां नूं आधार बना के सानू अपने जीवन नूं आनंदमई, सਦੀवी आनंद वाला अधिकारी बनाउण लई ये गाडी राह बख्शिया। अज दे इस पावन बचन विच जो फरमान सानू करदे है, जेठ दे महीने नूं सामने रख के, ते इहदे विच सानू सारियां नूं पता गर्मी वधनी शुरू हो गई है, ते जेठ दे महीने दे विच गर्मी अपने सिखर ते चली जाती है। सूरज धरती दे बहुत नेड़े आ जाता ग्रहां दी चाल दे नाल नाल, ते उस सूरज दी गर्मी दी तपश जिहड़ी है वो इस धरती दे जीव जंतु महसूस करन लगदे है, ते वो जिहड़ी तपश है वो सारे जीव जंतुआं नूं व्याकुल करदी है। वो गर्मी बेचैन करती है, ते असी सारे इस धरती दे मनुख ते जीव जंतु कहाउण वाले इस गर्मी तो बचण लई, ठंडक प्राप्त करन लई औड़ पौड़ करते हैं। शरीरक तौर ते बहुत सारे यतन मनुख ने कर ले, बहुत सारे साधन बना ले उस गर्मी तो बचण वास्ते, पर गुरुदेव साडा ध्यान दिवाउंदे है, वो मनुख कहाउण वाले हो, कदी थोड़ा जिहा कुछ मिनट अपने आप नाल बैठ के विचारो। शरीरक गर्मी तो बचण वास्ते, उस गर्मी तो पैदा हुई बेचैनी अशांति तो बचण वास्ते तुसी बहुत सारे साधन कर लैने हो, पखे, एसी ते होर कई कुछ कर लैने हो, ठीक है, इलाज कर लिया तुसी गर्मी दा, पर कदी आत्म चिंतन करके ये विचारे है
कि एसियां दे हुंदियां, पੱਖਿਆਂ दे हुंदियां, होर ठंडक वाले साधन माणदियां होइयां की तुहाडे अंदर दी बेचैनी, तुहाडे अंदर दी अशांति, तुहाडे अंदर दे डर सहम ये एसी, ये ठंडक दे साधन मुकाउंदे है। इन्हां दे नाल तुहाडे अंदर दी चिंतातुर बिरती, भटकना वाली बिरती ये मुकदी है। ते जे नहीं मुकदी, मुकाउणा ते असीं चाहुंदे आ, फिर नहीं चाहुंदे बेचैन हो के जीउणा, अशांत हो के डरे हुए चिंतातुर ते जीउणा नहीं चाहुंदे। ते फिर जे एसी साडी इस चिंता दा, इस भटकना दा, बेचैनी दा इलाज नहीं कर पाउंदा, ते फिर कोई ना कोई इलाज ते लभना पएगा ना। ते अज गुरुदेव, गुरु अर्जन देव महाराज सानू उस साधन वल, उस जुगत वल ध्यान दिवाउंदे है कि भाई ए जेठ दा महीना जिहड़ा आउंदा है ना, जिहदे विच गर्मी अपने पूरे जोबन ते आ जांदी है, इहदे लई ते तुसीं बहुत सारे साधन कर लैंदे हो, तुहानूं लोड़ महसूस हुंदी है। पर एक लोड़ ते तुहाडे अंदर बहुत अनंत जन्मां तो पई है, भावें तुहानूं नहीं पता। आपां इस जन्म दी ही गल महाराज कहंदे कर लईए कि जिहड़ी तुहाडे अंदर आनंद दी, सुख दी तलाश पई है, भुख पई है, ओदी मानसिक आनंद दी प्राप्ति लई तुसीं की साधन कीता? दुनिया दे धन पदार्थ, दुनिया दे सुख साधन तुसीं प्राप्त करके देख ले, तुहाडे आले दुआले लोकां ने प्राप्त करके देख लए, कि उहदे विचों उन्हां नूं पूर्ण तौर ते आनंद मिल गया? कि उन्हां नूं खुशी मिल गई? महाराज कहंदे मैं ते देखिया, मैनूं ते नहीं नजर आए वो लोग खुशी विच जिउंदे आ, बल्कि मैं ते देखदा कि जिहने साधारण लोग झुग्गियां 'च रहण वाले, उन्हां नालों भी ज्यादा बेचैन, अशांत नजर आए हैं। और इस सच तो मुनकर नहीं होया जा सकता, इहदी व्याख्या की लोड़ नहीं है। ये नजर आउंदा सच है कि वड्डे वड्डे अमीर वजीर, वड्डियां वड्डियां पदवियां ते बैठण वाले आम साधारण मनुख नालों ज्यादा चिंतातर हो के, बेचैन हो के जिउंदे देखे जाते हैं। गुरु अर्जन देव पातशाह बचन करते हैं, दुनिया दे सुख साधन प्राप्त करो, दुनिया दियां मान पदवियां प्राप्त करो, हंडाओ, इहदे नाल तुहानूं संसारक सुख मिल जाणगे, संसारक खुशियां मिल जाणगियां। पर एक गल याद रखियो, ये आ गईयां चीज़ां, तुहानूं खुशी मिली महसूस हुई, ये चलियां गईयां, नाल ही खुशी भी लै जाणगियां। मिल गया कुछ, तुसीं खुश हो गए, लुडियां पाउण लगे, औड़ पौड़ करन लगे, दुनिया नूं दस्सण लगे, आओ मैं एडा वड्डा महलनुमा घर बनाया, मैनूं हुण ऐ वड्डी पदवी मिल गई है, मेरे घर विच ऐ धीआं पुत्तर आ गए ने, मेरे घर विच ऐ सुख साधन आ गए ने, आओ मैं हुण वड्डा प्रोग्राम समागम करन लगा, आओ सारे चल के। ते मैं अक्सर बेनती करिया करदा कि मनुखी मानसिकता दा ये सच नहीं है कि असीं बुलाउने भी हाँ अपनियां ये प्राप्तियां नूं दिखाउण वास्ते, चर्चित करन वास्ते, पर नाल ही सहमदे भी हाँ असीं कि किते ये देखण वालियां दी नज़र ना लग जाए, ते फिर उन्हां दे उत्ते कालियां तौड़ियां टंगदियां लाल जीभां वालियां निआणियां दे मत्थियां ते घर दियां सुआणियां मावां टिक्के काले लाउंदियां ने, तड़ागियां पाउंदियां ने, धागे बन्नदियां ने। ये किस मानसिकता दा प्रमाण है जी? अंदरों सहम दा, अंदरों डरे होण दा। बाहर जिन्ना मर्जी औड़ पौड़ कर लिया, वधिया वधिया तुसीं खाने बना ले, वधिया वधिया डंबर रचा ले, कई कुछ नाच गाणियां दा प्रबंध भी कर लिया, अंदरों डरे होया। साहब जी कहंदे जिहड़ा ये अंदर दा डर है ना, जिसने सारे संसार नूं अपनी पकड़ विच लिया होया, ते तुसीं भी उहदे विच ही भीड़ विच शामिल हो, आनंद ते चाहुंदे हो, नहीं मिल रहा, आओ मेरे कोल बैठो, मैं तुहानूं दसदा। अज महाराज ओ किरपा करके
सानू भेद समझाउंदे ने। ये अंदर दा डर किवें मुकना है, अंदर दियां चिंतावां, अंदर दे सहम किवें मुकने ने। कुछ भी ना होवेगा तुहाडे कोल, महाराज कहंदे मैं यकीन दिवाउना तुहानू, तुहाडा आनंद नहीं गवाचेगा। सुखावियां घटनावां तुहानू खुशी देंदियां लगणगियां, संतुष्ट होंदे महसूस करोगे। पर अणसुखावी घटना भी जे तुहाडे नाल वापर जावे ना, महाराज कहंदे मैं तुहानू यकीन दिवाउना, मेरा अनुभव है, तुहाडा आनंद नहीं गवाचेगा। और आही जेठ दा महीना आ रहा है, जेड़े उपदेश दाता अज पंचम गुरुदेव गुरु अर्जन देव महाराज साडी झोली विच ये उपदेश बख्शिश करते है। ओहो ही गुरु अर्जन देव पातशाह आप इस सच नू अपने जीवन विच प्रगट करके साडे सन्मुख रखते हैं। असीं उन्हां नू शहीदां दे सिरताज आखदे हां। इहो ही दिन आउणे ने जदों धन गुरु अर्जन देव पातशाह हजूर दी शहादत दी याद लई असीं इकट्ठे होवांगे। जदों असीं उन्हां दिनां नू याद करांगे जदों धन गुरु अर्जन देव पातशाह हजूर इस महातपश वाले दिनां विच तत्ती तवी ते बैठे सी, तत्ती रेत अपने सिर ते पवा रहे सी। सब कुछ तत्ता है, पर धन गुरु अर्जन देव पातशाह दे जीवन विच अंदरों मानसिक तौर ते आत्मक तौर ते शीतलता है, ठंडक है, आनंद है, बेपरवाही है। ते ये सच है, ये परी कहानियां नहीं, ये काल्पनिक साखियां नहीं, वापरिया होया सच है। ते असीं इस सच दी याद विच जुड़दे हां हर साल। धन गुरु अर्जन देव पातशाह कोल सदीवी आनंद, सदीवी खुशी, वो बेपरवाही, वो मस्ती है। महाराज कहंदे मेरे कोल चल के आउण वालिओ, तुहाडे अंदर भी ये संभावनावां पईयां ने। मैं तत्ती तवी ते बिठा दिता गया, जरूरी नहीं कि तुसीं भी इदां ही तत्ती तवी ते बिठा दिते जाओ, पर ये तत्तियां तवियां ते चलदियां रहिंदियां ने। कदी काम दे रूप विच तुहाडे अंदर ये पट्ठी काम दी वाशनावां दी तुहानू तपाउंदी रहिंदी है। कदी तुहाडा क्रोध अग बन के तुहानू ते तुहाडे संपर्क विच आउण वालियां नू साड़दा रहिंदा है। कदी हंकार दे विच, कदी ईरखा दे भट्ठियां ते तपदियां पईयां तुहाडे सारियां दे, तपे पए हो। और उहदे लई कोई दूजा जिम्मेवार नहीं, तुसीं आप जिम्मेवार हो, क्योंकि तुसीं अपने अंदर दियां इन्हां विकारी बिरतियां दे सामने रोज हारदे हो। रोज ये तुहानू अपने प्रभाव थले लिया के खुआर करदियां, बेसंजमे करदियां, रोंदे हो, कुरलाउंदे हो, पछताउंदे हो, पर पेश नहीं जाती तुहाडी ओहो ही बेसंजमापन, ओही ना समझी वालियां सोचां, विचार, वरतों विहार, ओहो ही करन तुहाडे जीवन में निरंतर चलते रहंदे है। सवेर तो शाम तक ते रात नूं सौण तक सुपनियां विच बड़ा बड़ा के उठदे हो। महाराज कहंदे नींदां हराम होईयां। कारण की है? तुहाडे अपने अंदर दा इन्हां विकारी बिरतियां दे अधीन बनाया होया बेसंजमापन, ना समझियां, छोटी छोटी गल अज्ञानता दे अधीर सोचनी, विचारनी करनी। इत्थे मैं बेनती करिया करदा अपने आप नूं शामिल करके, बार बार सानू गुरु साहब कहंदे कदी ते बैठिया करो भाई 5-7 मिनट, दूजियां दे जीवन वाल देख देख के दूजियां दे जीवन दी चर्चा करी जाना, किसे दी निंदिया, किसे दी चुगली, किसे दे ओ अवगण, किसे दे ओ अवगण। सारा दिन तुसीं दूजियां दी पराई चर्चा दे विच ही व्यर्थ गवा दिंदे हो। किते अपने आप नाल अपनी चर्चा भी करना सीख लो, अपने आप नाल जुड़ना भी सीख लो, किते अपने आप दी पहचान करनी भी सीख लो। महाराज कहंदे जाच मैं दस देना तुहानू,
ਜਿੱਦਣ ਤੁਹਾਨੂੰ ਆਪਣੇ ਆਪ ਦੀ ਪਛਾਣ ਕਰਨੀ ਆ ਗਈ, ਆਪਣੇ ਆਪੇ ਦਾ ਸੱਚ ਤੁਹਾਨੂੰ ਪਤਾ ਲੱਗ ਗਿਆ, ਤੁਹਾਡੇ ਜੀਵਨ ਦੇ ਰਚਨਹਾਰੇ ਦਾ ਸੱਚ ਵੀ ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੌਣ ਹੈ ਤੁਹਾਨੂੰ ਭੇਜਣ ਵਾਲਾ, ਕੌਣ ਹੈ ਜਿਹੜਾ ਤੁਹਾਡੇ ਅੰਦਰ ਗਤੀਸ਼ੀਲ ਹੋ ਰਿਹਾ ਹੈ, ਤੁਹਾਡੇ ਜੀਵਨ ਨੂੰ ਚਲਾ ਰਿਹਾ ਹੈ। ਤੁਹਾਨੂੰ ਪਤਾ ਲੱਗੇਗਾ। ਮੇਰੇ ਕੋਲ ਬੈਠਿਆ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਸਭ ਜੋਤ ਨਾਲ ਪ੍ਰਕਾਸ਼ੇ ਹੋਏ ਹੋ। ਇਹ ਜੀਵਨ ਦੀ ਹੋਂਦ ਜਿਹੜੀ ਰੋਜ਼ ਗਤੀਸ਼ੀਲ ਹੁੰਦੀ ਸਾਨੂੰ ਨਜ਼ਰ ਆਉਂਦੀ ਹੈ, ਮਹਾਰਾਜ ਕਹਿੰਦੇ ਇਹਦੇ ਪਿੱਛੇ ਉਸ ਜੋਤ ਦੀ, ਮਹਾ ਜੋਤ ਦੀ, ਪਰਮ ਜੋਤ ਦੀ, ਪਰਮ ਆਤਮਾ ਦੀ ਸ਼ਕਤੀ ਕੰਮ ਕਰਦੀ ਹੈ। ਤੇ ਜਿੱਦਣ ਉਹਨੇ ਇਹ ਜੋਤ ਖਿੱਚ ਲੈਣੀ ਹੈ ਨਾ, ਉਦਣ ਤੁਹਾਡਾ ਜੀਵਨ ਸੰਸਾਰਿਕ ਤੌਰ ਤੇ ਮੁੱਕ ਜਾਣਾ। ਉਸ ਵੇਲੇ ਭਾਵੇਂ ਤੁਸੀਂ ਚਿੰਤਾ ਦੀ ਅਵਸਥਾ ਵਿੱਚੋਂ, ਪਛਤਾਵੇ ਦੀ ਅਵਸਥਾ ਵਿੱਚੋਂ, ਰੋਣ ਧੋਣ ਦੀ ਅਵਸਥਾ ਵਿੱਚੋਂ, ਇਹਦੀ ਕਿਸੇ ਨੇ ਪਰਵਾਹ ਨਹੀਂ ਕਰਨੀ। ਭਈ ਅਜੇ ਤੇ ਮੈਨੂੰ ਇੰਨੀਆਂ ਚਿੰਤਾਵਾਂ ਨੇ ਘੇਰਿਆ ਹੋਇਆ ਸੀ, ਇੰਨੀਆਂ ਲੋੜਾਂ ਨੇ ਘੇਰਿਆ ਹੋਇਆ ਸੀਗਾ, ਅਜੇ ਤੇ ਬਣਿਆ ਹੀ ਕੱਖ ਨਹੀਂ ਹੈਗਾ। ਮੈਂ ਤੇ ਆਨੰਦੇ ਧੋਣਾ ਚਾਹੁੰਦਾ ਸੀਗਾ, ਆਨੰਦੇ ਧੋਣਾ ਚਾਹੁੰਦੀ ਸੀ, ਗੱਲ ਹੀ ਨਹੀਂ ਬਣੀ। ਥੋੜਾ ਜਿਹਾ ਸਮਾਂ ਹੋਰ ਦੇ ਦਿਓ, ਮਤਾਂ ਕਿਤੇ ਮੈਨੂੰ ਕੋਈ ਭੇਦ ਪਤਾ ਲੱਗ ਜਾਏ। ਮਹਾਰਾਜ ਕਹਿੰਦੇ ਕਿਹਦੀ ਉਡੀਕ ਕਰਦੇ ਪਏ ਹੋ, ਕੋਈ ਪਤਾ ਨਹੀਂ ਲੱਗਣਾ। ਇੱਥੇ ਮਹੀਨਾ ਜੇਠ ਦਾ ਹੋਵੇ ਕਿ ਹਾੜ ਦਾ ਹੋਵੇ ਕਿ ਸਾਉਣ ਦਾ ਹੋਵੇ, ਇਹ ਨਾ ਉਡੀਕ ਕਰਿਓ। ਅੱਜ ਹੀ ਹਰ ਜੇਠ ਜੁੜੰਦਾ ਲੋੜੀ ਹੈ। ਮਹਾਰਾਜ ਕਹਿੰਦੇ ਇਹ ਲੋੜ ਮੈਂ ਤੁਹਾਨੂੰ ਮਹਿਸੂਸ ਕਰਾਉਣੀ ਚਾਹੁੰਦਾ। ਦੂਜੀਆਂ ਦੁਨੀਆ ਦੀਆਂ ਵਸਤੂਆਂ ਦੀ ਲੋੜ ਮਹਿਸੂਸ ਕਰਦੇ ਹੋ, ਕੋਈ ਗੱਲ ਨਹੀਂ। ਮੈਂ ਮਹਾਰਾਜ ਕਹਿੰਦੇ ਤੁਹਾਡੀ ਇਸ ਮਨੋਬਿਰਤੀ ਤੋਂ ਇਨਕਾਰੀ ਨਹੀਂ ਹੁੰਦਾ। ਪਈਆਂ ਨੇ ਤੁਹਾਡੇ ਅੰਦਰ ਭੁੱਖਾਂ ਵਾਹਿਗੁਰੂ ਜੀ ਨੇ ਪਾਤੀਆਂ ਨੇ, ਸੰਸਾਰਕ ਮਾਣ ਤਾਣ, ਸੰਸਾਰਕ ਧਨ ਪਦਾਰਥ, ਸੰਸਾਰਕ ਧੀਆਂ ਪੁੱਤਰ ਪਰਿਵਾਰ, ਇਹਦੀਆਂ ਲੋੜਾਂ ਤੁਹਾਡੇ ਅੰਦਰ ਕੁਦਰਤੀ ਤੌਰ ਤੇ ਪਈਆਂ ਨੇ। ਕਰੋ ਉਦਮ ਉਪਰਾਲੇ ਇਹਨਾਂ ਦੀ ਪੂਰਤੀ ਵਾਸਤੇ। ਪਰ ਇੱਕ ਗੱਲ ਯਾਦ ਰੱਖਿਓ, ਇਹਨਾਂ ਦੀ ਪੂਰਤੀ ਵਿੱਚ ਹੀ ਲੱਗੇ ਰਹੋਗੇ ਤੇ ਇਹ ਭੁੱਖਾਂ ਲੋੜਾਂ ਤੱਕ ਸੀਮਤ ਨਹੀਂ ਰਹਿਣਗੀਆਂ। ਇਹ ਭੁੱਖਾਂ ਤ੍ਰਿਸ਼ਨਾ ਬਣ ਜਾਂਦੀਆਂ ਹੁੰਦੀਆਂ ਨੇ। ਜੇ ਤੁਹਾਨੂੰ ਅੰਦਰ ਦੀ, ਮਨ ਦੀ, ਆਤਮਾ ਦੀ ਭੁੱਖ ਵੱਲ ਧਿਆਨ ਨਾ ਗਿਆ, ਆਤਮ ਚਿੰਤਨ ਨਾ ਕੀਤਾ, ਆਪਣੇ ਜੀਵਨ ਦਾ ਮਕਸਦ ਨਾ ਪਤਾ ਕੀਤਾ, ਤਾਂ ਮਹਾਰਾਜ ਕਹਿੰਦੇ ਇਹਨਾਂ ਭੁੱਖਾਂ ਨੇ ਤੇ ਕਦੇ ਨਹੀਂ ਮੁੱਕਣਾ, ਤੁਸੀਂ ਮੁੱਕ ਜਾਣਾ। ਤੁਹਾਡੇ ਇਹ ਸਰੀਰਕ ਸੰਸਾਰਕ ਸਫ਼ਰ ਨੇ ਮੁੱਕ ਜਾਣਾ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਸੰਸਾਰਕ ਸਰੀਰਕ ਸਫ਼ਰ ਮੁੱਕਣ ਤੋਂ ਪਹਿਲਾਂ ਪਹਿਲਾਂ ਜਿਹੜੀ ਤੁਹਾਡੀ ਪਹਿਲੀ ਤੇ ਆਖਰੀ ਲੋੜ ਆਨੰਦਮਈ ਪਲਾਂ ਵਿੱਚ ਜੀਵਨ ਬਸਰ ਕਰਨ ਦੀ, ਤਾਂ ਉਹਦੇ ਵੱਲ ਫੇਰ ਧਿਆਨ ਦਿਓ। ਤੇ ਅੱਜ ਸਾਡਾ ਧਿਆਨ ਦਿਵਾਉਂਦੇ ਹੈ ਮਹੀਨਾ ਜੇਠ ਦਾ ਆਧਾਰ ਬਣਾਇਆ, ਜਿਹੜਾ ਅੱਤ ਦੇ ਗਰਮੀ ਦੇ ਮੌਸਮ ਵਾਲਾ ਮਹੀਨਾ, ਜਦੋਂ ਤਪਸ਼ ਆਪਣੇ ਸਿਖਰ ਤੇ ਹੈ। ਮਹਾਰਾਜ ਕਹਿੰਦੇ ਧਿਆਨ ਦਿਆ ਕਰੋ। ਇਹ ਤਪਸ਼ ਦਾ ਮਹੀਨਾ ਕੇਵਲ ਬਾਹਰੀ ਮੌਸਮ ਕਰਕੇ ਹੀ ਤਪਾਉਂਦਾ ਨਹੀਂ ਪਿਆ, ਤੁਹਾਡੇ ਅੰਦਰ ਵੀ ਤਪਸ਼ ਪਈ ਹੈ, ਕਾਮ ਦੀ, ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ। ਮਹਾਰਾਜ ਕਹਿੰਦੇ ਇਹ ਅੱਗ ਬਣ ਕੇ ਤੁਹਾਡੇ ਅੰਦਰ ਅਗਨੀਆਂ ਜਲਾ ਰਹੀਆਂ ਨੇ, ਤੁਹਾਡੀ ਸ਼ਾਂਤੀ ਨੂੰ ਖਤਮ ਕਰ ਰਹੀਆਂ ਨੇ। ਇਸ ਨੂੰ ਠੰਡਕ ਵਿੱਚ ਬਦਲਣ ਲਈ ਤੁਸੀਂ ਕੀ ਕਰੋ? ਇਹ ਲੋੜੀਂਦਾ ਹੈ। ਮਹਾਰਾਜ ਕਹਿੰਦੇ ਤੁਹਾਨੂੰ ਇਹ ਕਰਨਾ ਲੋੜੀਂਦਾ ਹੈ ਕਿ ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਸਾਰੇ ਮੱਥਾ ਟੇਕਦੇ ਹੋ। ਮਹਾਰਾਜ ਕਹਿੰਦੇ ਰੱਬ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਧਿਆਉਂਦੇ ਹੋ ਤੁਸੀਂ, ਠੀਕ ਹੈ, ਹੋਣਗੇ ਰੱਬ ਤੋਂ ਮੁਨਕਰ ਵੀ, ਪਰ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਤੋਂ ਜ਼ਿਆਦਾ ਸਮਰੱਥ ਨੂੰ ਤੇ ਤਾਕਤਵਰ ਮੰਨ ਕੇ ਉਹਦੇ ਅੱਗੇ ਝੁਕਦੇ ਹੀ ਨੇ। ਉਹਨਾਂ ਦਾ ਅਫਸਰ ਹੀ ਉਹਨਾਂ ਦਾ ਰੱਬ ਬਣ ਜਾਂਦਾ ਹੈ, ਉਹਨਾਂ ਦਾ ਆਗੂ ਹੀ ਉਹਨਾਂ ਦਾ ਰੱਬ ਬਣ ਜਾਂਦਾ ਹੈ। ਲਫ਼ਜ਼ਾਂ ਵਿੱਚ ਨਾ ਪਈਏ। ਮਹਾਰਾਜ ਕਹਿੰਦੇ ਉਹ ਸਰਬ ਕਲਾ ਸਮਰੱਥ, ਸਰਬ ਸ਼ਕਤੀਮਾਨ ਵਾਹਿਗੁਰੂ ਜੀ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆ ਝੁਕ ਰਹੀ ਹੈ। ਉਹਦੇ ਸਾਹਮਣੇ ਸਰੀਰਕ ਤੌਰ ਤੇ ਹੀ ਨਾ ਝੁਕੋ, ਸਰੀਰਕ ਤੌਰ ਤੇ ਹੀ ਨਾ ਸੰਬੰਧ ਬਣਾਓ। ਸੂਰਜਾਂ ਦੀ ਪੂਜਾ ਕੇਵਲ ਬਾਹਰੀ ਪੁੰਨ ਦਾਨ ਕਰਮਾਂ ਕਾਂਡਾਂ ਤੱਕ ਸੀਮਤ ਨਾ ਰੱਖੋ, ਜੁੜਨਾ ਸਿੱਖੋ। ਮਹਾਰਾਜ ਕਹਿੰਦੇ
जुड़ना। तो मैं बेनती करा भावना नूं समझिए। आपां सारे गृहस्थी आ, कोई पति दे रूप विच, कोई पत्नी दे रूप विच, असीं इस्त्री पुरुष दे रिश्तियां विच बजदे आ, संबंध बनाउंदे आ, जोड़दे आ संबंध। ते भावना की हुंदी है जी? ये संबंध बनाउंदे आ असीं एक दूजे दे सहयोग नाल, एक दूजे दे प्यार विच, एक दूजे दे नाल समा बतीत करदे आ, आनंदित हो के, खुश हो के, संतुष्टि भरिया जीवन बतीत करिए। पर साडे पंजाबी सभ्याचार च एक कहावत है, सुनी होनी तुसीं सारियां ने लगभग, कौड़ा जिहा सच, जोड़ियां जग थोड़ियां नरड़ बथेरे। की मतलब है जी ਇਹਦਾ? जोड़ियां, जोड़ियां ਦਾ मतलब की है? जुड़े हुए। इस्त्री ते पुरुष दे रूप विच पति पत्नी दा रिश्ता जोड़िया। साडे गुरु घर दे विच भी सिੱਖੀ विच उस नूं आनंद कारज आखदे आ। ਉਹ कारज जिस दे कीतियां आनंद मिले, आनंद कारज। पर घट जां वध आपां मुनकर नहीं हो सकते जिन्हां नूं इस ना समझी विचों उपर उठ के, गरजां वाली बिरती तो उपर उठ के प्यार विच जूना आ गया, सतसंगी रिश्ते बनाने आ गए, उन्हां नूं ते नमस्कार है। नहीं तो सच इहो ही है, जोड़ियां जग थोड़ियां। जुड़न वाले आपस विच ही इस रिश्ते विचों आनंद दे नतीजे मानण वाले बहुत थोड़े ने, नरड़ बथेरे। नरड़ दा मतलब ਜਿਹੜੇ मजबूरी बस एक दूजे दे नाल बन्ने होण, नरड़िया होए, जिन्हां रहना नहीं चाहुंदे, इकट्ठे रहना नहीं चाहुंदे, पर किसी कारण मजबूरी बस रह रहे ने, भावें वो लोकाचारी है, भावें कोई सरीरक गरजा ने जां कोई होर गरजा ने, उन्हां गरजां करके एक दूजे नाल रह रहे ने, बस समा कट रहे ने। रहण दी इच्छा कोई नहीं, क्योंकि गिले शिकवियां नाल भरे पए आ। पत्नी अपनी जगह ते गिले शिकवियां नाल भरी पई है, पति अपने जगह ते गिले शिकवियां नाल भरे पए। लड़ाई झगड़े, घर छड्ड छड्ड के भजना, ये घट वध महाराज कहंदे इस संसार च मैं देख रहा। ते सियाणियां ने इह कहावतां बना लियां कि मजबूरी बस तुसीं नरड़े पए हो एक दूजे नाल। वो नरड़े क्यों पए आ जी? मैं पति दे रूप विच अपनियां गरजां नाल जुड़िया होया, खुद गर्ज, खुद दियां निज दियां गरजां नाल, ते पत्नी भी ते फिर अपनियां गरजां नाल जुड़ी हुई है ना। वो गरजां जिथे पूरियां हुंदियां नहीं लगदियां, उथे शिकवे, ते वो शिकवे जिहड़े ने वो सानू फिर नरड़न वास्ते हालात बना दिंदे हैं। नरड़ के एक दूजे नाल मजबूरी विच असीं समा कट रहे हां, जोड़ियां बन के नहीं। यही गल महाराज कहते धार्मिक खेतर विच तुहाडे जीवन विच है। गुरु नाल भी तुसीं जे सिख वाला रिश्ता बना रहा है, तां इत्थे भी महाराज कहते वाहिगुरू जी नाल भी जे तुसीं रिश्ता बनाया है, जां डर दे अधीन बनाया जां लालच दे अधीन बनाया, कोई गरज पूरी हुंदी लगी ते असीं कहने वाहिगुरू जी शुक्र है, वाहिगुरू जी बहुत चंगे ने, गुरु साहब बड़े महान ने, बड़े कृपा निधान ने, बड़े मेहर करने वाले ने, मेहरबान ने। जे लोड़ पूरी हुंदी नहीं लगी, अरदास पूरी हुंदी नहीं लगी, शिकवियां नाल भर गए, भाई जी नूं इन्ने रुपये भी दिते सी, पाठ भी कराए, फलाना फलाना फलाना, पर महाराज ने अरदास ही नहीं सुनी। कोई रब रुब है नहीं, इत्थे तक भी चले जाते हैं। फिर गुरु का दर छड्ड के असीं मड़ियां मसाणा ते होर बंदियां दे बंदे बनन वाले पासे भी तुरदे फिरदे रहने हैं। यही खुद गर्जी का प्रमाण, ये नरड़े होण का प्रमाण है। महाराज जदों ये कहते हैं ना हर जेठ जुड़न दा लोड़ी है, ते जुड़न दा मतलब यह है मेरे प्यारे नूं की चंगा लगता है, जिहदे नाल मैं संबंध बनाया है, उहदी खुशी किस गल विच है। जपजी साहब जदों असीं पढ़दे हां, पढ़न तक सुनन तक सीमत है, पर जदों गुरु नानक साहब कहंदे है कुदरत कवण कहां विचार वारिया ना जावां एक बार ते तू कुर्बान होण दी गल। इते अनंत अनंत वारी भी तेरियां इन्हां बख्शिशां दा वरदा मींह देख के
तेरी विस्मादी कौतक तेरी आश्चर्य लीला दे के एक वारी की अनंत वारी कुर्बान होण दी वारिया ना जावां एक वार जो तुद भावै साई भली कार। मेरा मन मनिया कि नहीं मनिया, इत्थे ही फर्क है ना जी। सामने खड़े ने साईं मियां मीर जी, कहंदे मेरे तो बर्दाश्त नहीं हो रहा, ते धन गुरु अर्जन देव पातशाह कहंदे तेरा किया मीठा लगा है, बिखम अवस्था है, ये पाना अत्यंत बिखम नहीं मन्निया जाता। पर बादशाह कहंदे मना लेंदे आ वाहिगुरु जी, जे उस वाहिगुरु जी दे नाल जुड़ के जुड़ना अंदर दे प्यार दा रिश्ता बना के फिर तुसीं चलोगे ना, उहदी प्यार याद तुहानूं तड़पाएगी। पर वो तड़फना जिहड़ा महाराज कहंदे वो बड़ा मुबारक हुंदा है, उस तड़फनी दे विच बहुत आनंद है। मेरा मन लोचै गुरदर्शन ताई बिलप करे चातरिक की न्याई। वो बिलपना वो व्याकुल होना जिथे त्रिखा ना उतरे शांत ना आवे, बिन दर्शन संत प्यारे जियो। वो त्रिखा जिहड़ी है महाराज कहंदे वो जे लग जावे ना, वो भुख जे लग जावे, उत भुख है खाए चलिए दुख। साचा नाम मेरा आधारो साच नाम आधार मेरा, जिन भुखा सब गवाइया कर शांत सुख मन आए वसिया, जिन इच्छा सब पुजाइया। इच्छावां ही सानू बेचैन कर रही ने, भुखा ही सानू भटकना विच चिंता विच पा रही ने। महाराज कहंदे ऐ जदों भुख लग गई, ये जुड़ना आ गया इस नाम नाल, गरजा करके नहीं। महाराज कहंदे जदों तुसीं कोई गर्ज विच आके जुड़न वाले पासे तुरदे हो, तां महाराज कहंदे ये जेड़ा जुड़ना है, जे इनू तुसीं सदीवी बना लो भई गर्ज है कि नहीं है, बस मैं अपने प्यारे नू प्यार करना है, अपने रचनहार नू प्यार करना है, अपने सतगुरु अगे झोली अड्ड के बस यही मंगना महाराज, होर कुछ नहीं चाहिदा। देह नाम संतोखिया वेण तुद होर जे मंगना। हुण मुक गईयां मंगा, सिर दुखां कै दुख देह नाम संतोखिया, उतरै मन की भुख। महाराज कहंदे ए जुड़ना है, ए जुड़ना लोड़ींदा है, हर जेठ जुड़ंदा लोड़ी है, जिस अगे सब निवन हर सज्जन दावण लगियां किसे ना देही बन। महाराज कहंदे दावण दामन पल्ला वाहिगुरु जी वो सज्जन ने जिन्हां दे लड़ लगियां, जिन्हां दा पल्ला पकड़िया। महाराज कहंदे तुहाडे जीवन विच कोई बन रुकावट औकड़ ना कोई पा सकदा है, ना तुहाडे अंदर रहिंदी है। वो करता पुरख वाहिगुरु दूजियां वल्लों पाईयां रुकावटां मुका दिंदे ने, ते तुहाडे अंदर जिहड़े विकार पए ने, जिहड़े रुकावटां खड़ियां करदे तुहाडे अंदर, वो रुकावटां नूं रोकण वास्ते सच्चे पातशाह कहंदे ये बन लग जांदा है। परमेश्वर दिता बन्ना, दुख रोग का डेरा भन्ना। रुकावटां बाहरलियां भी मुक जांदियां ने, अंदरलियां भी मुक जांदियां। तुहाडी जीवन यात्रा सच्चे पातशाह कहंदे वाहिगुरु जी दा पल्ला पकड़ के आनंदमई बन जांदी। तुहाडी यात्रा दा एक एक पल जिहड़ा है वो दुख कलेश चिंता तो रहत हो के आनंद दे विच गुजरन लग जांदा है। मानक मोती नाम प्रभ उन लग्गै नाही सन। महाराज कहंदे दुनिया भज्जी फिरदी है, दुनिया दे कीमती पदार्थ धन दौलत सुख साधन हीरे मोती जवाहरात होर सुख साधना पिछे भज्जी फिरदी है। प्राप्त भी होंदे है, नाल नाल डराई भी जाते है ये पदार्थ, किते मुकी ना जान, किते कोई खो ना लवे, किते कोई चोरी ना कर लवे, किसी नूं पता ना लग जाए। सीए नूं कहने आ, फलाणियां नूं कहने आ भाई ये इनकम टैक्स तो बचा लईए, ना पता ना लगे, ऐ ना होवे भला, है ना सब कुछ तमाशा जी। महाराज कहंदे ये चिंतातुर करन वालियां गल्लां बच जाओगे ਇਹਦੇ ਤੋਂ ਜੇ ਤੁਹਾਨੂੰ ਕਰਤਾ ਪੁਰਖ ਵਾਹਿਗੁਰੂ जी ਦਾ नाम
ਤੇ ਮਹਾਰਾਜ ਕਹਿੰਦੇ ਇਹ ਨਾਮ ਪਦਾਰਥ ਉਹ ਹੈ ਜਿਹਦੀ ਤੁਹਾਨੂੰ ਫਿਰ ਛੁਪਾਉਣ ਦੀ ਕਿਸੇ ਕੋਲੋਂ ਜ਼ਰੂਰਤ ਨਹੀਂ ਪੈਣੀ। ਕਿਸੇ ਨੂੰ ਪਤਾ ਵੀ ਲੱਗ ਜਾਏ ਤੇ ਕਿਤੇ ਟੈਕਸ ਹੀ ਨਾ ਲੱਗ ਜਾਏ, ਕੋਈ ਨਾਮ ਸਿਮਰਨ ਤੇ ਕੋਈ ਟੈਕਸ ਨਹੀਂ ਲੱਗਦਾ। ਵਾਹਿਗੁਰੂ ਜੀ ਦੇ ਨਾਮ ਸਿਮਰਨ ਲਈ ਤੁਹਾਨੂੰ ਕੋਈ ਸੀਏ ਨਹੀਂ ਨਿਯੁਕਤ ਕਰਨਾ ਪੈਂਦਾ। ਇਹਨੂੰ ਕਿਤੇ ਕਿਸੇ ਕੋਠੇ ਵਿੱਚ ਕਿਸੇ ਗਹਿਰੇ ਖਜ਼ਾਨੇ ਵਿੱਚ ਦੱਬ ਕੇ ਰੱਖਣਾ ਨਹੀਂ ਪੈਂਦਾ। ਮਹਾਰਾਜ ਕਹਿੰਦੇ ਨਾ, ਇਹ ਤੇ ਬਿਲਕੁਲ ਉਲਟ ਗੱਲ ਹੈ। ਇੱਥੇ ਤੇ ਤੁਸੀਂ ਵੰਡੀ ਜਾਓ ਹੋਰ ਵੱਧਦਾ, ਤੇ ਤੁਹਾਡੀ ਪੁੱਛ ਕੋਈ ਨਹੀਂ ਹੁੰਦੀ, ਬਲਕਿ ਪੁੱਛ ਹੋਣ ਦੀ ਤੇ ਗੱਲ ਪਿੱਛੇ ਰਹਿ ਗਈ। ਤੁਹਾਡੇ ਬਾਰੇ ਪਤਾ ਲੱਗ ਜਾਏ ਕਿ ਇਹ ਵਾਹਿਗੁਰੂ ਜੀ ਦੇ ਨਾਮ ਦਾ ਰਸੀਆ ਹੈ, ਇਹ ਵਾਹਿਗੁਰੂ ਜੀ ਦਾ ਭਗਤ ਹੈ, ਇਹ ਵਾਹਿਗੁਰੂ ਜੀ ਨੂੰ ਪਿਆਰ ਕਰਨ ਵਾਲਾ ਹੈ। ਲੋਕੀ ਤੁਹਾਨੂੰ ਸੰਤ ਕਹਿ ਕੇ, ਤੁਹਾਨੂੰ ਭਗਤ ਕਹਿ ਕੇ, ਤੁਹਾਨੂੰ ਨਾਮ ਰਸੀਆ ਕਹਿ ਕੇ ਨਮਸਕਾਰਾਂ ਕਰਦੇ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਭ ਅਮੀਰ ਵਜ਼ੀਰ, ਦੁਨੀਆ ਦੇ ਵੱਡੇ ਵੱਡੇ ਭੂਮੀਪਤੀ, ਰਾਜੇ ਮਹਾਰਾਜੇ, ਗਰੀਬ, ਸਭ ਤੁਹਾਡੇ ਅੱਗੇ ਝੁਕਦੇ ਹੈ, ਮੱਥੇ ਟੇਕਦੇ ਹੈ। ਇਸ ਭਾਵਨਾ ਦੇ ਨਾਲ ਇਸ ਸਤਪੁਰਸ਼ ਅੱਗੇ ਮੱਥੇ ਟੇਕੀਏ, ਝੁਕੀਏ, ਜਾ ਕੇ ਬੇਨਤੀ ਕਰੀਏ, ਪਾਤਸ਼ਾਹ ਇਹ ਗੁਰੂ ਪਿਆਰਿਓ, ਇਹ ਨਮਸਕਾਰ ਤੁਹਾਨੂੰ ਕਰਦੇ ਆ ਭਗਤੋ, ਸਾਡੇ ਤੇ ਵੀ ਕਿਰਪਾ ਕਰਕੇ ਆਪਣੇ ਵਾਂਗ ਕੋਈ ਨਾਮ ਦਾ ਕਿਣਕਾ ਸਾਨੂੰ ਵੀ ਬਖਸ਼ ਦਿਓ, ਸਾਨੂੰ ਵੀ ਵਾਹਿਗੁਰੂ ਜੀ ਕੋਲੋਂ ਦਵਾ ਦਿਓ। ਸਾਹਿਬ ਜੀ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀ ਸੰਨ। ਉਹਨੂੰ ਸੰਨ ਨਹੀਂ ਲੱਗਦੀ, ਉਹਨੂੰ ਕੋਈ ਚੁਰਾ ਨਹੀਂ ਸਕਦਾ, ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ। ਵਾਹਿਗੁਰੂ ਜੀ ਦੇ ਕੌਤਕ ਕਿਸ ਰੂਪ ਵਿੱਚ ਹੋ ਰਹੇ ਨੇ। ਮਹਾਰਾਜ ਕਹਿੰਦੇ ਇਹ ਕਿਉਂ ਹੋ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ, ਐਦਾਂ ਹੀ ਹੋਈ ਜਾਣਾ ਚਾਹੀਦਾ ਸੀ। ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਨਾਲ ਪਿਆਰ ਯਾਦ ਵਾਲਾ ਰਿਸ਼ਤਾ ਬਣਾਉਂਦੇ ਹੋ, ਫਿਰ ਇਹ ਗੱਲਾਂ ਹਮੇਸ਼ਾ ਹੀ ਚੰਗੀਆਂ ਲੱਗਦੀਆਂ। ਜੋ ਤੁਧ ਭਾਵੈ ਸਾਈ ਭਲੀ ਕਾਰ ਦਾ ਅੰਦਰ ਤੁਹਾਡੇ ਸੁਭਾਅ ਪੱਕ ਜਾਂਦਾ ਹੈ, ਸੋਚ ਬਣ ਜਾਂਦੀ ਹੈ। ਰੰਗ ਸਭੇ ਨਾਰਾਇਣ ਹੈ। ਵਾਹਿਗੁਰੂ ਜੀ ਦੇ ਸਾਰੇ ਰੰਗ, ਸਾਰੇ ਕੌਤਕ ਮਹਾਰਾਜ ਕਹਿੰਦੇ ਜਿੰਨੇ ਵੀ ਵਾਪਰ ਰਹੇ ਨੇ ਉਹ ਭਗਤਾਂ ਦੇ ਮਨ ਨੂੰ, ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਭਾਵਨ ਚੰਗੇ ਲੱਗਣ ਲੱਗ ਜਾਂਦੇ ਨੇ। ਤੁਹਾਨੂੰ ਵੀ ਮਹਾਰਾਜ ਕਹਿੰਦੇ ਚੰਗੇ ਲੱਗਣ ਲੱਗ ਜਾਣਗੇ, ਤੁਹਾਨੂੰ ਵੀ ਵਾਹਿਗੁਰੂ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਦੀ ਵੀ ਆਏਗਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਇਹ ਵੀ ਸਮਝ ਆ ਜਾਏਗੀ ਕਿ ਵਾਹਿਗੁਰੂ ਜੀ ਨੂੰ ਜੋ ਚੰਗਾ ਲੱਗਦਾ ਹੈ ਉਹੋ ਹੀ ਮਨੁੱਖਾਂ ਕੋਲੋਂ ਕਰਾਉਂਦਾ ਹੈ, ਜੋ ਸਾਨੂੰ ਮਾੜਾ ਚੰਗਾ ਲੱਗਦਾ ਹੈ। ਇਹ ਸਭ ਮਹਾਰਾਜ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ, ਸਭ ਕੁਛ ਤੇਰਾ ਭਾਣਾ। ਇਸ ਕਰਕੇ ਪ੍ਰਿਥੀ ਚੰਦ ਮਹਾਰਾਜ ਜੀ ਨੂੰ, ਗੁਰੂ ਅਰਜਨ ਸਾਹਿਬ ਨੂੰ ਦੁਸ਼ਮਣ ਨਹੀਂ ਲੱਗਦਾ। ਭਾਵੇਂ ਉਹ ਜਿੰਨਾ ਮਰਜ਼ੀ ਧਰੋ ਕਮਾ ਰਿਹਾ ਹੈ, ਜਿੰਨਾ ਮਰਜ਼ੀ ਦੁਖੀ ਕਰਨ ਦਾ ਯਤਨ ਕਰ ਰਿਹਾ ਹੈ, ਪਰਿਵਾਰ ਨੂੰ ਖਤਮ ਕਰਨ ਦਾ ਯਤਨ ਕਰ ਰਿਹਾ ਹੈ, ਪਰ ਗੁਰੂ ਅਰਜਨ ਪਾਤਸ਼ਾਹ ਉਹਦੇ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਲਿਆਉਂਦੇ, ਕਿਉਂਕਿ ਉਹਨਾਂ ਨੂੰ ਵਾਹਿਗੁਰੂ ਜੀ ਦਾ ਕੀਤਾ ਹੋਇਆ ਇਹ ਸਭ ਕੌਤਕ ਲੱਗਦਾ ਹੈ। ਜੋ ਪ੍ਰਭ ਕੀਤੇ ਆਪਣੇ ਸੇਈ ਕਈਆਂ ਧਨ। ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਬਣਾ ਲੈਂਦੇ ਨੇ। ਉਹ ਵਾਹਿਗੁਰੂ ਜੀ ਨੂੰ ਵੀ ਧੰਨ ਧੰਨ ਕਹਿੰਦੇ ਐ, ਤੇ ਉਹ ਵਾਹਿਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਐ। ਇਸ ਕਰਕੇ ਦੁਨੀਆ ਉਹਨਾਂ ਨੂੰ ਧੰਨ ਧੰਨ ਕਹਿਣ ਲੱਗ ਜਾਂਦੀ ਹੈ। ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਹੁਣ ਇੱਥੇ ਮਹਾਰਾਜ ਕਹਿੰਦੇ ਜਦੋਂ ਮੈਂ ਤੁਹਾਨੂੰ ਵਾਹਿਗੁਰੂ ਜੀ ਦੇ ਪਿਆਰ ਦੀਆਂ ਇਹ ਗੱਲਾਂ ਕਰਦਾ ਨਾ, ਤੇ ਤੁਹਾਡੇ ਅੰਦਰ ਜੀ ਤੇ ਕਰਨ ਲੱਗ ਜਾਂਦਾ ਕਿ ਅਸੀਂ ਵੀ ਵਾਹਿਗੁਰੂ ਜੀ ਦੇ ਬਣੀਏ। ਫਿਰ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖਿਓ, ਇਹ ਚਤੁਰਾਈਆਂ ਸਿਆਣਪਾਂ ਨਾਲ ਜਾਂ ਦੇਖਿਆ ਦੇਖੀ ਕੁਛ ਔੜ ਪੌੜ ਕਰਨ ਨਾਲ, ਵੀ ਉਹਨੇ ਅਖੰਡ ਪਾਠ ਕਰਾਇਆ, ਉਹਨੇ ਇੰਨਾ ਉੱਥੇ ਧਨ ਪਦਾਰਥ ਦਿੱਤੇ, ਉੱਥੇ ਉਹਨੇ ਇੰਨਾ ਸੰਗਮਰਮਰ ਲਵਾਤਾ ਤੇ ਮੈਂ ਲਵਾ ਲਾ। ਮਹਾਰਾਜ ਕਹਿੰਦੇ ਏਦਾਂ ਨਹੀਂ ਹੁੰਦਾ। ਇਹ ਪਿਆਰ ਦੇ ਰਿਸ਼ਤੇ ਏਦਾਂ ਨਹੀਂ ਬਣਦੇ ਹੁੰਦੇ। ਇਹ ਤੇ ਦੰਭ ਬੰਦ ਪਖੰਡ, ਇਹ ਮੌਕਾ ਪ੍ਰਸਤੀ ਵਾਲੀਆਂ ਗਰਜ਼ਾਂ ਦੇ ਅਧੀਨ ਕੀਤੇ ਹੋਏ ਕਰਮ ਨੇ, ਦੇਖਾ ਦੇਖੀ ਅਧੀਨ ਕੀਤੇ ਨਾ। ਅੰਦਰ ਦਾ ਰਿਸ਼ਤਾ ਜਿਹੜਾ ਹੈ ਨਾ, ਪਿਆਰ ਦਾ ਰਿਸ਼ਤਾ, ਉਹ ਤੇ ਤੁਹਾਨੂੰ ਆਪ ਪਿਆਸ ਜਗਾ ਕੇ ਆਪਣੇ ਅੰਦਰ, ਤੇ ਫਿਰ ਝੁਕ ਝੁਕ ਕੇ ਬੇਨਤੀਆਂ ਕਰ ਕਰਕੇ, ਤਰਲੇ ਲੈ ਲੈ ਕੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿਤਾ। ਇੱਥੇ ਆਪਣੇ ਆਪ ਨੂੰ ਲਿਆ ਕੇ ਫਿਰ ਉਡੀਕਣਾ ਪੈਂਦਾ ਹੈ। ਤਾਂ ਦਾਤਾਰ ਜੀ ਕਹਿੰਦੇ ਇਹ ਬਖਸ਼ਿਸ਼ਾਂ ਫਿਰ ਵਾਹਿਗੁਰੂ ਜੀ ਵੱਲੋਂ ਹੁੰਦੀਆਂ। ਭਈ ਜੇ ਤੁਸੀਂ ਮੇਰੇ ਬਣਨਾ ਚਾਹੁੰਦੇ ਹੋ ਤੇ ਫਿਰ ਮੈਂ ਤੇ ਹੈ ਹੀ ਤੁਹਾਡਾ ਸੀਗਾ। ਬਸ ਇਹ ਅਪਣੱਤ ਭਰਿਆ ਰਿਸ਼ਤਾ ਤੁਸੀਂ ਬਣਾਉਣਾ ਤੇ ਸਿੱਖ ਲਓ। ਮਹਾਰਾਜ ਕਹਿੰਦੇ ਏਦਾਂ ਵਾਹਿਗੁਰੂ ਜੀ ਦੇ ਨਾਲ
ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਇਹ ਰਿਸ਼ਤੇ ਅੰਦਰ ਦੇ ਬਣ ਜਾਂਦੇ ਨੇ। ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਇੱਕ ਗੱਲ ਯਾਦ ਰੱਖੇ, ਚਤੁਰਾਈਆਂ ਨਾਲ ਨਹੀਂ ਬਣਦੇ ਰਿਸ਼ਤੇ। ਕਾਲ ਨਾ ਮਿਲਿਓ ਸੇਵ ਨਾ ਮਿਲਿਓ। ਯਤਨ ਕਰਨਾ ਹੈ, ਉਦਮ ਕਰਨਾ ਹੈ, ਪਰ ਇਹ ਭਰੋਸੇ ਨਾਲ ਉਦਮ ਕਰੋ, ਕਰਾਵੋ ਠਾਕੁਰ। ਪਾਤਸ਼ਾਹ ਤੁਸੀਂ ਕਰਾ ਲਓਗੇ ਮੇਰੇ ਕੋਲੋਂ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉਠਾ ਕੇ ਆਪ ਤੁਸੀਂ ਸਿਮਰਨ ਵਿੱਚ ਜੋੜ ਲਓਗੇ ਤੇ ਜੋੜਾਂਗਾ, ਨਹੀਂ ਤੇ ਮੈਂ ਤੇ ਕਦੀ ਕਾਮ ਨਾਲ, ਕਦੀ ਕ੍ਰੋਧ ਨਾਲ, ਕਦੀ ਈਰਖਾਵਾਂ ਨਾਲ, ਕਦੀ ਚੰਚਲ ਹੋਇਆ ਪਿਆ ਮਨ, ਮੈਂ ਕਿੱਥੇ ਜੁੜ ਸਕਦਾ। ਜੋੜ ਲਓ ਪਾਤਸ਼ਾਹ। ਇਹ ਬੇਨਤੀਆਂ ਮਹਾਰਾਜ ਕਹਿੰਦੇ ਜਦੋਂ ਕਰਨੀਆਂ ਆ ਜਾਣ ਫਿਰ ਕੋਈ ਵੀ ਬੰਦਾ ਇਹ ਦਾਤ ਪ੍ਰਾਪਤ ਕਰ ਸਕਦਾ। ਚਤੁਰਾਈਆਂ ਸਿਆਣਪਾਂ ਨਾਲ ਜੇ ਮਹਾਰਾਜ ਕਹਿੰਦੇ ਮਿਲਣਾ ਹੁੰਦਾ ਫਿਰ ਬੰਦੇ ਵਿਛੜ ਕੇ ਰੋਂਦੇ ਕਿਉਂ? ਕਿਹਨੂੰ ਰੋਣਾ ਚੰਗਾ ਲੱਗਦਾ? ਪਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਮਿਹਰ ਨਾਲ ਹੀ ਇਹ ਰੋਣਾ ਜਿਹੜਾ ਹੈ ਉਹ ਰੂਹਾਨੀ ਖੁਸ਼ੀ ਵਿੱਚ ਬਦਲਦਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਤਰੀਕਾ ਦੱਸਦੇ ਹੈ ਗੁਰੂ ਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਵਿੱਚ ਨਿਰੰਤਰ ਬੈਠੋਗੇ, ਉਹਨਾਂ ਨੂੰ ਜੁੜੇ ਦੇਖੋਗੇ, ਉਹਨਾਂ ਨੂੰ ਮਸਤੀ ਵਿੱਚ, ਆਨੰਦ ਵਿੱਚ, ਟਿਕਾਓ ਵਿੱਚ ਦੇਖੋਗੇ, ਰੀਸ ਕਰਨ ਨੂੰ ਜੀ ਕਰੇਗਾ। ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਮਹਾਰਾਜ ਕਹਿੰਦੇ ਉਹ ਰੰਗ ਮਾਣਦੇ ਐ ਉਹਨਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ। ਤੁਹਾਨੂੰ ਵੀ ਰੰਗ ਮਾਣਨਾ, ਪਿਆਰ ਦਾ ਰੰਗ ਮਾਣਨਾ, ਖੁਸ਼ੀ ਮਾਣਨੀ ਆ ਜਾਏਗੀ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਇਹ ਤਪਸ਼ ਭਰਿਆ ਮਹੀਨਾ, ਇਹ ਲੰਘ ਰਿਹਾ ਸਮਾਂ। ਮਹਾਰਾਜ ਕਹਿੰਦੇ ਆਨੰਦ ਵਾਲਾ, ਠੰਡਕ ਵਾਲਾ ਹੋ ਸਕਦਾ ਜੇ ਮੱਥੇ ਦੇ ਭਾਗ ਜਾਗ ਪੈਣ। ਮੱਥੇ ਦੇ ਭਾਗ ਜਾਗਣ ਵਾਸਤੇ ਮਹਾਰਾਜ ਕਹਿੰਦੇ ਇਹੀ ਤਰੀਕਾ। ਆਓ ਬੈਠੋ। ਅੱਜ ਮਨ ਨਹੀਂ ਮੰਨਦਾ ਕੋਈ ਗੱਲ ਨਹੀਂ, ਫਿਰ ਵੀ ਆਉਣਾ ਜਾਰੀ ਰੱਖੋ, ਬੈਠਣਾ ਸਤਸੰਗੀਆਂ ਨਾਲ ਜਾਰੀ ਰੱਖੋ, ਗੁਰੂ ਕੋਲ ਆਉਣਾ, ਗੁਰੂ ਦੇ ਬਚਨ ਸੁਣਨੇ, ਪੜ੍ਹਨੇ, ਗਾਉਣੇ, ਵਿਚਾਰਨੇ ਜਾਰੀ ਰੱਖੋ। ਕੋਈ ਸੁਲੱਖਣੀ ਘੜੀ ਕਿਸੇ ਦਿਨ ਆ ਜਾਏਗੀ ਜਦੋਂ ਮਿਹਰਾਂ ਦਾ ਮੀਂਹ ਵਰਦਿਆਂ ਅੰਦਰੋਂ ਡਰ, ਲਾਲਚ ਦੀ ਬਿਰਤੀ ਦੀ ਬਜਾਏ ਨਿਸ਼ਕਾਮ ਪਿਆਰ ਦੀ ਬਿਰਤੀ ਜਾਗ ਪਏਗੀ ਤੇ ਅੰਦਰੂਨੀ ਪਿਆਰ ਦਾ ਰਿਸ਼ਤਾ ਸਾਨੂੰ ਵਾਹਿਗੁਰੂ ਜੀ ਦੀ ਮਿਹਰ ਦਾ ਪਾਤਰ ਬਣਾ ਕੇ ਆਨੰਦਮਈ ਜੀਵਨ ਦਾ ਭਾਗੀ ਬਣਾ ਦੇਗਾ। ਮਹਾਰਾਜ ਰਹਿਮਤ ਕਰਨ। ਐਸੀ ਬਖਸ਼ਿਸ਼ ਭਰੀ ਅਵਸਥਾ ਦਾਤ ਗੁਰੂ ਦਰ ਤੇ ਆਉਂਦਿਆਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕੇ। ਇੰਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ